ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਰਾਗ ਮਹੱਲਾ ਤੀਜਾ। ਜਾਂ ਪਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵੰਦੀਆਂ ਸੇਈ ਕਰਮ ਕਰੇ। ਸਹਿਜੇ ਸਾਚ ਮਿਲਾਵੜਾ ਸੱਚ ਵਡਾਈ ਦੇ, ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ। ਰਹਾਉ 184 ਫੇਰ ਪਿਆ, ਕਾਮਣ ਦੂਜੈ ਪਾਏ। ਬਿਨ ਗੁਰ ਨੀਂਦ ਨ ਆਵਈ, ਦੁਖੀ ਰਹਿਣ ਵਿਹਾਏ। ਬਿਨ ਸ਼ਬਦੈ ਪਿਰ ਨਾ ਪਾਈਐ, ਬਿਰਥਾ ਜਨਮ ਗਵਾਏ। ਹਉ ਹਉ ਕਰਤੀ ਜਗ ਫਿਰੀ, ਨਾ ਧਨ ਸੰਪੈ ਨਾਲ। ਅੰਧੀ ਨਾਮ ਨ ਚੇਤਈ, ਸਭ ਬਾਧੀ ਜਮਕਾਲ। ਸਤਿਗੁਰ ਮਿਲੀਐ ਧਨ ਪਾਇਆ, ਹਰ ਨਾਮਾ ਹਿਰਦੈ ਸਮਾਲ। ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ। ਮਨ ਤਨ ਰਾਤਾ ਰੰਗ ਸਿਉ, ਰਸਨਾ ਰਸਨ ਰਸਾਏ। ਨਾਨਕ ਰੰਗ ਨ ਉਤਰੈ, ਜੋ ਹਰ ਧੁਰ ਛੋਡਿਆ ਲਾਏ। ਨਾਨਕ ਰੰਗ ਨ ਉਤਰੈ, ਜੋ ਹਰ ਧੁਰ ਛੋਡਿਆ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਗੁਰਬਾਣੀ ਵਿਚਾਰ ਐਪੀਸੋਡ ਦੇ ਰਾਹੀਂ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿਚਾਰ ਲੈ ਕੇ ਆਪ ਜੀ ਕੇ ਸਨਮੁਖ ਹਾਜ਼ਰ ਹੋਏ ਹਾਂ, ਜਿਸ ਵਿੱਚ ਅੱਜ ਦਾ ਸ਼ਬਦ ਸ਼੍ਰੀ ਰਾਗ ਦਾ 47 ਨੰਬਰ ਸ਼ਬਦ 47 ਨੰਬਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ ਜੋ 31 ਦੇ ਉੱਤੇ ਸੁਭਾਏਮਾਨ ਹੈ, ਤੇ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ 14 ਨੰਬਰ ਸ਼ਬਦ ਹੈ ਤੇ ਸ਼੍ਰੀ ਰਾਗ ਦਾ 47 ਨੰਬਰ ਸ਼ਬਦ ਹੈ। ਸੋ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਉਪਦੇਸ਼ ਸਾਨੂੰ ਦਿੱਤੇ ਨੇ, ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਫਾਲੋ ਕਰਨਾ ਹੈ, ਆਪਣੀ ਮੱਤ ਨੂੰ ਗੁਰੂ ਦੇ ਮੱਤ ਮੁਤਾਬਕ ਤੋਰਨਾ ਹੈ, ਉਹ ਉਪਦੇਸ਼ ਨੇ ਰਹਾਉ ਦੇ ਬੰਦ ਤੋਂ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ। ਸਾਹਿਬ ਜੀ ਕਹਿੰਦੇ, ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਹੁਣ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਇਹ ਬਾਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ। ਕਹਿੰਦੇ, ਹੇ ਮੇਰੇ ਵੀਰ, ਹੇ ਮੇਰੇ ਭਰਾ, ਇੱਕ ਗੱਲ ਚੇਤਾ ਰੱਖੀ
ਗੁਰੂ ਜੀ ਦੇ ਗਿਆਨ ਤੋਂ ਬਿਨਾਂ, ਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਪਰਿਪੂਰਨ ਪ੍ਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ। ਭਗਤ ਤੱਤੇ ਨੂੰ ਸਿਹਾਰੀ ਹੈ, ਭਗਤੀ ਉਹਦੀ ਨਹੀਂ ਹੋ ਸਕਦੀ। ਹੁਣ ਗੁਰੂ ਦੀ ਬਹੁਤ ਲੋੜ ਹੈ। ਦੁਨੀਆ ਦੇ ਵਿੱਚ ਹਰ ਇੱਕ ਮਨੁੱਖ ਦਾ ਕੋਈ ਨਾ ਕੋਈ ਬਚਪਨ ਤੋਂ ਲੈ ਕੇ ਗੁਰੂ ਹੈ। ਜਿਵੇਂ ਮਾਂ ਬੱਚੇ ਦੀ ਪਹਿਲੀ ਗੁਰੂ ਮੰਨੀ ਜਾਂਦੀ ਹੈ, ਜੋ ਬੱਚੇ ਨੂੰ ਗਿਆਨ ਦਿੰਦੀ ਹੈ, ਜਿਹਨੂੰ ਸਾਹਿਬ ਕਹਿੰਦੇ ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਗੱਲ ਕੀ ਮਨੁੱਖ ਦੇ ਜੀਵਨ ਦੇ ਵਿੱਚ ਜਿਹੜਾ ਪਹਿਲਾ ਗਿਆਨ ਜਿਹੜਾ ਦੱਸਣ ਦੀ ਕੋਸ਼ਿਸ਼ ਕਰਦੀ ਹੈ, ਉਹ ਮਨੁੱਖ ਦੀ ਮਾਂ ਹੈ। ਹੁਣ ਮਾਂ ਦੇ ਉੱਤੇ ਬੜੀ ਡਿਊਟੀ ਹੈ ਕਿ ਮਾਂ ਦਾ ਜੀਵਨ ਕੈਸਾ ਹੋਵੇਗਾ। ਹੁਣ ਜੇ ਮਾਂ ਦਾ ਜੀਵਨ ਗੁਰਮਤ ਨਾਲ ਜੁੜਿਆ ਹੈ, ਹੁਣ ਪਹਿਲੀ ਜਿਹੜੀ ਬੱਚੇ ਦੀ ਗੁਰੂ ਮਾਂ ਹੈ, ਤੇ ਜੇ ਉਹ ਮਾਂ ਦੇ ਅੰਦਰ ਗੁਰਬਾਣੀ ਘਰ ਕੀਤੀ ਹੈ, ਗੁਰੂ ਜੀ ਦੀ ਮੱਤ ਤੇ ਮਾਂ ਦੀ ਮੱਤ ਚੱਲ ਰਹੀ ਹੈ, ਫਿਰ ਜ਼ਾਹਰ ਜੀ ਗੱਲ ਹੈ ਕਿ ਐਸੀ ਮਾਂ ਦਾ ਪੁੱਤਰ ਵੀ ਗੁਰਮੁਖ ਹੋਵੇਗਾ, ਕਿਉਂਕਿ ਮਾਂ ਦੀਆਂ ਸਿੱਖਿਆਵਾਂ ਦੇ ਵਿੱਚ ਗੁਰਮਤ ਹੋਵੇਗੀ, ਮਾਂ ਦੀਆਂ ਸਿੱਖਿਆਵਾਂ ਦੇ ਵਿੱਚ ਗੁਰਬਾਣੀ ਹੋਵੇਗੀ, ਸਹਿਜ ਹੋਵੇਗਾ। ਪਰ ਜੇ ਮਾਂ ਦੇ ਜੀਵਨ ਦੇ ਵਿੱਚ ਗੁਰਮਤ ਨਹੀਂ ਹੈ, ਮਾਤਾ ਦੇ ਜੀਵਨ ਦੇ ਵਿੱਚ ਗੁਰਬਾਣੀ ਨਹੀਂ ਹੈ, ਮਾਤਾ ਦੇ ਜੀਵਨ ਦੇ ਵਿੱਚ ਸਿੱਖ ਸਿਧਾਂਤ ਨਹੀਂ ਹੈ, ਫਿਰ ਐਸੇ ਬੱਚੇ ਦੇ ਅੰਦਰ ਵੀ ਗੁਰਮਤ ਨਹੀਂ ਹੋਵੇਗੀ। ਹੁਣ ਪਹਿਲਾ ਗੁਰੂ ਮਾਂ ਹੈ, ਜੋ ਬੱਚੇ ਨੂੰ ਦੱਸਦੀ ਹੈ, ਬੋਲਣਾ ਸਿਖਾਉਂਦੀ ਹੈ, ਬੱਚੇ ਨਾਲ ਗੱਲਾਂ ਕਰਦੀ ਹੈ, ਬੱਚਾ ਉਹ ਜਿਹੇ ਹਾਵ ਭਾਵ ਸਿੱਖਦਾ ਹੈ। ਦੂਸਰਾ ਸੰਸਾਰੀ ਗੁਰੂ ਬੱਚੇ ਦਾ ਬਣਦਾ ਹੈ ਟੀਚਰ, ਅਧਿਆਪਕ। ਹੁਣ ਪੁਰਾਤਨ ਸਮੇਂ 'ਚ ਤੁਸੀਂ ਦੇਖੋ, ਅਧਿਆਪਕ ਦਾ ਬੜਾ ਸ਼ਿਸ਼ਟਾਚਾਰ ਮੰਨਿਆ ਜਾਂਦਾ ਸੀ। ਅੱਜ ਵੀ ਸਾਨੂੰ ਚੇਤੇ ਹੈ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਚੰਗੇ ਟੀਚਰ ਸੀ, ਜੋ ਸੱਚਮੁੱਚ ਆਪਣੇ ਅਧਿਆਪਕ ਹੋਣ ਦਾ ਫਰਜ਼ ਨਿਭਾਉਂਦੇ ਸੀ, ਉਹਦੇ ਹੱਥ ਦੇ ਚੰਡੇ ਹੋਏ ਵਿਦਿਆਰਥੀ ਅੱਜ ਚੰਗੀਆਂ ਪੋਜੀਸ਼ਨਾਂ 'ਤੇ ਨੇ, ਕਿਉਂਕਿ ਅਧਿਆਪਕ ਸਿਆਣਾ ਸੀ, ਸਮਝਦਾਰ ਸੀ, ਚੰਗਾ ਸੀ, ਆਪਣੇ ਫਰਜ਼ ਤੋਂ ਜਾਣੂ ਸੀ। ਉਹਨੇ ਮੈਨੂੰ ਨਾਲ ਨਾਲ ਸੰਸਾਰ ਦਾ ਗਿਆਨ ਦਿਵਾਇਆ, ਕਿਤਾਬਾਂ 'ਚੋਂ ਗਿਆਨ ਦਿਵਾਇਆ। ਪਰ ਅਸਲੀ ਮੇਰਾ ਗੁਰੂ ਕੌਣ ਸੀ? ਕਿ ਉਹ ਅਧਿਆਪਕ? ਅਸਲੀ ਮੇਰਾ ਗਿਆਨ ਸੀ ਗੁਰੂ। ਅਧਿਆਪਕ ਨੇ ਮੈਨੂੰ ਗਿਆਨ ਦੇਣ ਦਾ ਇੱਕ ਤਰੀਕਾ ਦੱਸਿਆ ਕਿਤਾਬਾਂ ਦੇ ਰਾਹੀਂ। ਹੁਣ ਮੈਂ ਉਹ ਕਿਤਾਬਾਂ ਨੂੰ ਆਪਣਾ ਜਦੋਂ ਗੁਰੂ ਬਣਾਇਆ, ਅਧਿਆਪਕ ਸਦੀਵੀ ਮੇਰੇ ਨਾਲ ਨਹੀਂ ਸੀ, ਹਰ ਜਗ੍ਹਾ ਮੇਰੇ ਨਾਲ ਨਹੀਂ ਸੀ ਮੇਰਾ ਅਧਿਆਪਕ। ਉਹ ਸਕੂਲ ਦੇ ਵਿੱਚ ਤੇ ਮੇਰੇ ਨਾਲ ਸੀ, ਪਰ ਜਦੋਂ ਮੈਂ ਸਕੂਲ ਤੋਂ ਬਾਹਰ ਆਇਆ ਉਦੋਂ ਅਧਿਆਪਕ ਮੇਰੇ ਨਾਲ ਨਹੀਂ ਸੀ। ਉਦੋਂ ਕੀ ਸੀ ਮੇਰੇ ਨਾਲ? ਉਹ ਅਧਿਆਪਕ ਦੀਆਂ ਸਿੱਖਿਆਵਾਂ, ਉਹ ਗਿਆਨ, ਉਹ ਸਮਝ, ਉਹ ਉਪਦੇਸ਼। ਤੇ ਉਹ ਉਪਦੇਸ਼ ਜਿਹੜੇ ਉਹ ਮੈਨੂੰ ਰੋਜ਼ ਕਿਤਾਬਾਂ 'ਚੋਂ ਦਿੰਦਾ ਸੀ। ਹੁਣ ਮੈਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆ ਰਹੀ, ਮੈਂ ਤੁਰੰਤ ਆਪਣੀ ਬੈਗ 'ਚੋਂ ਪੁਸਤਕ ਕੱਢੀ ਤੇ ਦੁਬਾਰਾ ਉਹ ਲੈਸਨ ਪੜ੍ਹਿਆ। ਹੁਣ ਉਹ ਜਿਹੜੀ ਜੁਗਤੀ ਮੈਨੂੰ ਅਧਿਆਪਕ ਨੇ ਦੱਸੀ ਸੀ, ਉਹਦੇ ਨਾਲ ਮੈਂ ਉਸ ਲੈਸਨ ਨੂੰ ਸਮਝ ਲਿਆ। ਹੌਲੀ ਹੌਲੀ ਮੇਰੇ ਅੰਦਰ ਆਪ ਇਹ ਜਿਗਿਆਸਾ ਪੈਦਾ ਹੋ ਗਈ, ਆਪ ਮੈਂ ਕੁਐਸਚਨ ਲੱਭਣ ਲੱਗਾ, ਆਨਸਰ ਲੱਭਣ ਲੱਗਾ। ਹੁਣ ਮਨ ਵਿੱਚ ਇੰਨੀ ਤੜਫ ਹੈ ਉਸ ਗਿਆਨ ਦੀ ਕਿ ਉਹ ਗਿਆਨ ਮੇਰੇ ਅੰਦਰ ਇਤਨਾ ਤੀਖਣ ਬੁੱਧੀ ਮੇਰੀ ਬਣਾ ਰਿਹਾ ਹੈ ਕਿ ਉਸ ਗਿਆਨ ਦੇ ਨਾਲ ਹੌਲੀ ਹੌਲੀ ਮੈਂ ਸੰਸਾਰਿਕ ਵਿਦਿਆ ਦੇ ਵਿੱਚ ਨਿਪੁੰਨ ਹੁੰਦਾ ਜਾ ਰਿਹਾ। ਹੁਣ ਇੱਥੇ ਤੱਕ ਗਿਆਨ, ਮਾਨਵਤਾ ਦਾ ਗਿਆਨ, ਦੁਨਿਆਵੀ ਐਜੂਕੇਸ਼ਨ ਦਾ ਗਿਆਨ ਹਰ ਮਨੁੱਖ ਦੇ ਕੋਲ ਹੈਗਾ। ਹੋ ਸਕਦਾ ਐਸਾ ਮਨੁੱਖ ਚੰਗਾ ਡਾਕਟਰ ਵੀ ਬਣ ਜਾਵੇ, ਮਨੁੱਖ ਵਧੀਆ ਅਧਿਆਪਕ ਬਣ ਜਾਵੇ, ਪਰ ਐਸੇ ਡਾਕਟਰ ਦੇ ਅੰਦਰ ਜ਼ਰੂਰੀ ਨਹੀਂ ਕਿ ਧਰਮ ਹੋਵੇ। ਹੁਣ ਸਤਿਗੁਰੂ ਗੁਰਦੇਵ ਜੀ ਕਹਿੰਦੇ ਨੇ, ਤੂੰ ਡਾਕਟਰ ਜਿੱਥੇ ਦੁਨਿਆਵੀ ਗਿਆਨ ਨਾਲ ਬਣਿਆ ਨਾ, ਉੱਥੇ ਤੇਰੇ ਕੋਲ ਅਧਿਆਤਮਿਕ ਗਿਆਨ, ਆਤਮਾ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਦੁਨਿਆਵੀ ਗਿਆਨ ਦੇ ਨਾਲ ਆਤਮਿਕ ਗਿਆਨ ਬੜਾ ਜ਼ਰੂਰੀ ਹੈ। ਕਿਉਂਕਿ ਜੇ ਆਤਮਾ ਮਜ਼ਬੂਤ ਹੋਵੇਗੀ, ਜੇ ਜੀਵਨ ਵਿੱਚ ਕੌਨਫੀਡੈਂਸ ਹੋਵੇਗਾ, ਵਿਲ ਪਾਵਰ, ਚੜ੍ਹਦੀ ਕਲਾ ਹੋਵੇਗੀ, ਫਿਰ ਐਸਾ ਮਨੁੱਖ ਬੜਾ ਸਿਆਣਾ, ਸਮਝਦਾਰ, ਬੜਾ ਪ੍ਰੀਤ ਕਰਨ ਵਾਲਾ ਵੈਦ ਹੋਵੇਗਾ, ਡਾਕਟਰ ਵਧੀਆ ਹੋਵੇਗਾ, ਆਪਣੇ ਫਰਜ਼ਾਂ ਤੋਂ ਜਾਣੂ ਹੋਵੇਗਾ। ਉਹ ਲੋਕਾਂ ਦੀ ਕਿਡਨੀਆਂ ਨਹੀਂ ਵੇਚੇਗਾ, ਨੁਕਸਾਨ ਨਹੀਂ ਕਰੇਗਾ ਕਿਸੇ ਦਾ।
ਚੰਗਾ ਥਾਣੇਦਾਰ ਹੋਵੇਗਾ, ਰਿਸ਼ਵਤ ਲੈ ਕੇ ਹੱਕ ਨਹੀਂ ਕਿਸੇ ਦਾ ਪਲਟ ਦੇਵੇਗਾ। ਗੱਲ ਕੀ ਧਰਮ ਦੀ ਜਿਗਿਆਸਾ ਹੁਣ ਬੜੀ ਜ਼ਰੂਰੀ ਹੈ। ਜਿਵੇਂ ਨਾਲ ਨਾਲ ਦੁਨਿਆਵੀ ਐਜੂਕੇਸ਼ਨ ਜ਼ਰੂਰੀ ਹੈ, ਇਵੇਂ ਨਾਲ ਨਾਲ ਗੁਰਮਤ ਦਾ ਗਿਆਨ ਬੜਾ ਜ਼ਰੂਰੀ ਹੈ। ਹੁਣ ਗੁਰਮਤ ਦਾ ਗਿਆਨ ਕਿੱਥੋਂ ਮਿਲੂਗਾ? ਸਤਿਗੁਰੂ ਜੀ ਕਹਿੰਦੇ ਉਹ ਸ਼ਬਦ ਗੁਰੂ ਤੋਂ ਮਿਲੂਗਾ। ਹੁਣ ਸਿੱਖ ਦੇ ਜੀਵਨ ਵਿੱਚ ਸ਼ਬਦ ਗੁਰੂ ਦੀ ਬਹੁਤ ਜ਼ਰੂਰਤ ਹੈ। ਜੇ ਸਾਡੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ, ਅਸੀਂ ਬੜੇ ਇਕੱਲੇ ਪੈ ਜਾਵਾਂਗੇ। ਅੱਜ ਇਸੇ ਕਰਕੇ ਸਾਨੂੰ ਜਣਾ ਖਣਾ ਠੱਗ ਕੇ ਲੈ ਜਾਂਦਾ ਹੈ, ਕਿਉਂਕਿ ਅਸੀਂ ਗੁਰਬਾਣੀ ਤੋਂ ਟੁੱਟ ਗਏ ਹਾਂ। ਤੋ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੈਂ ਇਕੱਲੇ ਵੇਖੇ ਨੇ 63 ਸਾਲ, ਮਨੁੱਖਾਂ ਦੇ ਪਿੱਛੇ ਤੁਰਿਆ, ਮਨੁੱਖਾਂ ਨੂੰ ਰੱਬ ਮੰਨ ਬੈਠਾ, ਮਨੁੱਖਾਂ ਨੂੰ ਗੁਰੂ ਮੰਨ ਬੈਠਾ। ਪਰ ਉਦਣ ਮੈਨੂੰ ਪਤਾ ਲੱਗਾ ਜਿੱਦਣ ਉਹ ਐਸੇ ਇੱਕ ਮਨੁੱਖ ਨੇ ਮੈਨੂੰ ਸਰੇਆਮ ਇਹ ਗੱਲ ਕਹਿ ਦਿੱਤੀ, ਤੂੰ ਨਿਗੂਰਾ ਹੈ। ਹੁਣ ਉਦਣ ਮੈਨੂੰ ਗੁਰੂ ਨੂੰ ਪਿਆਰ ਕਰਨ ਦੀ, ਗੁਰੂ ਨੂੰ ਮਿਲਣ ਦੀ ਚਾਹਨਾ ਪੈਦਾ ਹੋਈ ਵੀ ਗੁਰੂ ਦੀ ਬੜੀ ਲੋੜ ਹੈ। ਪਰ ਮੈਂ ਐਸਾ ਗੁਰੂ ਲੱਭਣਾ ਚਾਹੁੰਦਾ ਸਾਂ ਜਿਹੜਾ ਗੁਰੂ ਸਦਾ ਮੇਰੇ ਨਾਲ ਹੋਵੇ। ਕਿਤੇ ਐਸਾ ਨਾ ਹੋਵੇ ਕੱਲ ਨੂੰ ਫਿਰ ਕੋਈ ਮੈਨੂੰ ਨਿਗੂਰਾ ਕਹਿ ਦੇਵੇ। ਤੇ ਕਹਿੰਦੇ ਫਿਰ ਕਿਰਪਾ ਬਣੀ, ਸ਼ਬਦ ਗੁਰੂ ਦੀ ਮੈਨੂੰ ਸਾਂਝ ਬਣੀ। ਤੇ ਜਦੋਂ ਸ਼ਬਦ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਤੋਂ ਮੈਂ ਜਾਣੂ ਹੋਇਆ, ਹੁਣ ਮੈਂ ਇਕੱਲਾ ਨਹੀਂ ਹਾਂ। ਹੁਣ ਮੇਰਾ ਜੀ ਕਰਦਾ ਮੈਂ ਦੁਨੀਆ ਨੂੰ ਕਵਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਹੁਣ ਮੇਰਾ ਮਨ ਜਿਹੜਾ ਪਹਿਲਾਂ ਸੁੰਨਾ ਸੀ ਨਾ, ਹੁਣ ਇਸ ਮਨ ਦਾ ਮਾਲਕ ਗੁਰੂ ਮੇਰੇ ਅੰਗ ਸੰਗ ਹੈ। ਤੇ ਮੈਂ ਇਹ ਗੱਲ ਮਾਨਵਤਾ ਨੂੰ ਵੀ ਕਹਿਣਾ ਚਾਹੁੰਦਾ। ਮੇਰੇ ਸਾਹਿਬ ਕਹਿੰਦੇ ਗੁਰੂ ਤੋਂ ਬਿਨਾਂ ਭਗਤੀ ਨਹੀਂ ਗੀ। ਜਿਹੜਾ ਗਿਆਨ ਆ, ਜਿਹੜੀ ਸਮਝ ਆ, ਉਹ ਗੁਰੂ ਦੀ ਬੜੀ ਲੋੜ ਹੈ। ਤੇ ਸਿੱਖ ਦਾ ਗੁਰੂ ਕੋਈ ਦੇਹ ਨਹੀਂ ਹੈ, ਸਿੱਖ ਦਾ ਗੁਰੂ ਸਵਾਰਥੀ ਨਹੀਂ ਹੈ, ਸਿੱਖ ਦਾ ਗੁਰੂ ਗੁਰੂ ਸ਼ਬਦ ਹੈ। ਤੇ ਸਿੱਖ ਦੇ ਸ਼ਬਦ ਗੁਰੂ ਦਾ ਜਿਹੜਾ ਚੇਲਾ ਹੈ ਉਹ ਸੁਰਤ ਹੈ, ਸਰੀਰ ਨਹੀਂ ਹੈ ਚੇਲਾ। ਜਦ ਤੱਕ ਸੁਰਤ ਕਰਕੇ, ਹੁਣ ਖਿਆਲ ਕਰਨਾ, ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ। ਮੈਂ ਸਰੀਰ ਕਰਕੇ ਰੋਜ਼ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦਾ, ਪਰ ਮੇਰੀ ਸੁਰਤ ਨੇ ਅਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਧੀਨਗੀ ਕਬੂਲ ਨਹੀਂ ਕੀਤੀ, ਗੁਰੂ ਜੀ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਬੂਲ ਨਹੀਂ ਕੀਤੀ। ਹੁਣ ਸਰੀਰ ਕਰਕੇ ਤੇ ਮੈਂ ਮੱਥੇ ਟੇਕ ਰਿਹਾ, ਸੁਰਤ ਮੇਰੀ ਕਿਸੇ ਸਾਧ ਦੇ ਪੈਰਾਂ 'ਚ ਹੈ, ਸੁਰਤ ਮੇਰੀ ਕਿਤੇ ਮੜੀਆਂ ਮਸਾਨਾ ਕਬਰਾਂ 'ਤੇ ਹੈ। ਇਹਦਾ ਮਤਲਬ ਮੈਂ ਕੇਵਲ ਸਰੀਰ ਕਰਕੇ ਸਿੱਖਿਆ, ਸੁਰਤ ਕਰਕੇ ਨਹੀਂ। ਸਾਹਿਬ ਕਹਿੰਦੇ ਮੈਨੂੰ ਤੇਰੀ ਸੁਰਤ ਕਰਕੇ ਸਿੱਖੀ ਚਾਹੀਦੀ ਹੈ, ਸੁਰਤ ਦੇ ਵਿੱਚ ਗੁਰਮਤਿ ਹੋਣੀ ਚਾਹੀਦੀ ਹੈ। ਤੋ ਸਾਹਿਬ ਕਹਿੰਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਕਹਿੰਦੇ ਹੇ ਮੇਰੇ ਵੀਰ, ਚੇਤਾ ਰੱਖੀ, ਜੇ ਤੂੰ ਭਗਤੀ ਪ੍ਰਾਪਤ ਕਰਨੀ ਚਾਹੁੰਦਾ ਨਾ, ਭਗਤੀ ਦਾ ਅਰਥ ਹੁੰਦਾ ਵਾ ਇੱਕ ਇੰਨੀ ਇਮਾਨਦਾਰੀ ਦੇ ਨਾਲ ਆਪਣੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਐਕਸੈਪਟ ਕਰਨਾ ਹੈ ਕਿ ਉਹਦੇ ਵਿੱਚ ਕੋਈ ਦੂਸਰਾ ਸ਼ੱਕ ਹੀ ਨਹੀਂ, ਜੀਵਨ ਵਿੱਚ ਕੋਈ ਦੁਚਿੱਤੀ, ਕੋਈ ਦੁਬਿਧਾ ਹੀ ਨਹੀਂ। ਹੁਣ ਜਦੋਂ ਐਸੀ ਭਗਤੀ ਜੀਵਨ 'ਚ ਹੋਵੇਗੀ ਤੇ ਉਹ ਭਗਤੀ ਮਿਲੂਗੀ ਗੁਰੂ ਦੇ ਪਿਆਰ ਦੇ ਨਾਲ, ਸਤਿਗੁਰੂ ਦੀ ਅਸੀਸ ਦੇ ਨਾਲ, ਗੁਰੂ ਜੀ ਦੇ ਗਿਆਨ ਦੇ ਨਾਲ, ਸ਼ਬਦ ਗੁਰੂ ਦੇ ਲੜ ਲੱਗ ਕੇ। ਜਦੋਂ ਸ਼ਬਦ ਗੁਰੂ ਦੇ ਗਿਆਨ ਨੂੰ, ਆ ਜਿਹੜਾ ਆਪਾਂ ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਇਹ ਕੀ ਹੈ? ਗੁਰੂ ਦਾ ਗਿਆਨ ਹੈ ਜੋ ਮੇਰੇ ਅੰਦਰੋਂ ਅਗਿਆਨਤਾ ਨੂੰ ਖਤਮ ਕਰਕੇ ਮੈਨੂੰ ਸੱਚ ਦੇ ਰਸਤੇ 'ਤੇ ਤੋਰ ਰਿਹਾ। ਤੋ ਸਾਹਿਬ ਕਹਿੰਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਈ। ਹੇ ਮੇਰੇ ਵੀਰ, ਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ, ਗੁਰੂ ਜੀ ਨੂੰ ਸਮਰਪਣ ਕਰਨ ਤੋਂ ਬਿਨਾਂ, ਗੁਰੂ ਸ਼ਬਦ ਦੇ ਚਰਨਾਂ ਵਿੱਚ ਲੱਗਣ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਭਾਵ ਤੈਨੂੰ ਪਰਮਾਤਮਾ ਦਾ ਗਿਆਨ ਨਹੀਂ ਮਿਲ ਸਕਦਾ। ਦੁਨਿਆਵੀ ਕਿਤਾਬਾਂ ਤੈਨੂੰ ਸੰਸਾਰ ਦਾ ਗਿਆਨ ਤੇ ਦੇ ਸਕਦੀਆਂ ਨੇ, ਪਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਤੈਨੂੰ ਆਤਮਾ ਦਾ ਗਿਆਨ ਦੇਵੇਗਾ। ਮਨੁੱਖ ਬਾਹਰੋਂ ਇਸੇ ਕਰਕੇ ਦੁਨਿਆਵੀ ਗਿਆਨ ਦੇ ਨਾਲ ਇੰਨੇ ਪਦਾਰਥ ਤੇ ਬਹੁਤ ਪੈਦਾ ਕਰ ਲਏ ਨੇ, ਪਰ ਅੰਦਰੋਂ ਸੁੰਨ ਹੈ। ਅੰਦਰ ਕਿਤੇ ਪੁੱਛ ਕੇ ਵੇਖੋ, ਅੱਗ ਲੱਗੀ ਪਈ ਹੈ। ਅੰਦਰ ਇੱਕ ਖਾਲੀਪਨ ਹੈ, ਉਹ ਖਾਲੀਪਨ ਹੈ ਆਤਮਾ ਦੀ ਭੁੱਖ। ਸਰੀਰ ਦੀਆਂ ਭੁੱਖਾਂ ਤੇ ਇਹ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਆਤਮਾ ਦੀ ਭੁੱਖ ਮਿਟਣੀ ਹੈ ਗੁਰੂ ਸ਼ਬਦ ਗੁਰਬਾਣੀ ਨਾਲ। ਉਧਰਲੇ ਬੰਨੇ ਤੁਰਨ ਨੂੰ ਤਿਆਰ ਨਹੀਂ। ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ। ਇੱਥੇ ਫਿਰ ਭਗਤ ਤੱਤੇ ਨੂੰ ਸਿਹਾਰੀ ਹੈ। ਕਹਿੰਦੇ ਜੇ ਹਰੇਕ ਜੀਵ ਵੀ ਪਰਮਾਤਮਾ ਦੀ ਭਗਤੀ ਵਾਸਤੇ ਤਾਂਘ ਕਰੇ, ਪਰਮਾਤਮਾ ਨੂੰ ਮਿਲਣ ਦੀ ਮਨ ਵਿੱਚ ਤਮੰਨਾ ਰੱਖੇ, ਤਾਂ ਵੀ ਗੁਰੂ ਦੀ ਸ਼ਰਨ ਤੋਂ ਬਿਨਾਂ, ਗੁਰੂ ਜੀ ਦੇ ਦਿੱਤੇ ਹੋਏ ਗਿਆਨ ਤੋਂ ਬਿਨਾਂ, ਗੁਰੂ ਦੀ ਸਮਝ ਤੋਂ ਬਿਨਾਂ
परमात्मा नूं जाणिया नहीं जा सकता। हुण गुरु अमरदास साहिब जी ये गल क्यों कह रहे, कहते जे तू गुरु के चरनां च गुरु शब्द गुरु ज्ञान नूं जीवन च नहीं वसाएगा तू भटकना च पै जावेगा। जिवें अज कई देरदार साध पखंडी सिख नूं गुरु के नाम ते अपनी देह नाल जोड़ रहे हैं। वो इन्ना तरीके नाल सिख दे दिमाग नाल खेडदे ने मनुख दे नाल। कहते असीं मंनदे हाँ गुरु ग्रंथ साहिब गुरु है, पर गुरु ग्रंथ साहिब गुरु नूं समझाउण वास्ते एक मनुख की लोड़ है। गुरु ग्रंथ साहिब किते बोलदा है? हुण सतगुरु नूं पुछीए कि गुरु ग्रंथ साहिब बोलदा है? ये मैनूं पखंडी लुੱਟਦੇ पए ये कह के भी असीं विच विचोले हाँ तैनूं गुरु ग्रंथ साहिब नाल जोड़न लई। ते सतगुरु कहंदे सद सुणदा सद वेखदा शब्द रिया भरपूर। गुरु का शब्द बोलदा है, गुरु का शब्द बोलदा है। मैं गड्डी लैके अपने घरों निकलिया, हुण सामने स्ट्रीट के उत्ते बोर्ड लगा है भी इत्थे तूं 60 किलोमीटर की स्पीड तो उपर नहीं चलाउणी गड्डी, 60 मील तो। हुण वो कौन बोल रहा? बोर्ड बोल रहा ना सामने। शब्द गुरु बोलदा है, दे रवे ना रवे पर शब्द गुरु सदीवी है। परमात्मा आद सच है, परमात्मा का शब्द भी आद सच है, गुरबाणी भी आद सच है। तो इसे करके साहब कहते चेता रखी, दुनियावी किताबां तेनों संसार बारे बहुत कुछ दसणगियां, पर सच का ज्ञान तेनों गुरु शब्द विचों मिलेगा। सच्ची भगती जीवन की गुरु शब्द तो मिलेगी। तो इस करके रोजाना अपने जीवन विच गुरु शब्द गुरमत नूं घर घर गुरबाणी गुरु की मत लै। जे हरेक जीव इस रस्ते ते तुर पवे, अपने जीवन विच परमात्मा वास्ते प्रेम रख लवे, तो सब कहते चेता रखी गुरु जी की शरण विच आ जावे, गुरु के ज्ञान नूं अपने जीवन का आधार बना लवे, ते गुरु जी दे अगे अरदास करे, हे सतगुरु जी मैनू अपना ज्ञान दो, अपनी समझ दो। ते सतगुरु जी ये दात जदों अपने गुरु के सिख नूं गुरबाणी गुरु शब्द नूं समझण दी बख्श दिंदे हन, फिर ऐसा सिख दुनिया का सब तो अमीर बन जाता है, हिरदे तो अमीर हो जाता है, क्योंकि उसकी आत्मा उहदे अंदर बैठे विकार सारे वस विच आ जाते हैं, संजम च आ जाते हैं। उहदे अंदर एक सकून ते एक आत्मिक शांति मिल जाती है। ये रहाउ दीआं पंक्तियां ने। हुण पहला बंद है पावन शब्द का। सब कहते श्री राग महला तीजा, जा पिर जाने अपना तन मन अग्गै धरे। जा पिर का अर्थ है, जा का अर्थ है जदों, पिर पप्पे नूं सियारी रारे थले औंकड़ है, पिर जाने जदों प्रभु परमात्मा नूं अपना पति बन करके जीव इस्त्री जान लवे। असी सारियां जीव इस्त्रियां वां, पुरख केवल एक आ परमात्मा पति, उहदे नाल असी अपने जीवन की सांझ पाउणी है। सब कहते जा पिर जाने अपना, कहते जदों कोई जीव इस्त्री प्रभु पति नूं अपना समझ लैंदी है, परमात्मा नूं अपना मन लैंदी है, तन मन अग्गै धरे, फिर की करदी है? प्रभु पति नाल याद उहदी जदों जीवन विच टिक जाती है, उहदे रोम रोम अंग अंग दे विच परमात्मा दे वास्ते प्यार उपज जाता है। रोम रोम दे विच उहदे अंदर परमात्मा दे गुण समाउण लग पैंदे हन। तां फिर वो अपना मन निरंकार दे हवाले कर दिंदी है। अपने मन दे पिछे तुरना फिर जीव इस्त्री छड़ दिंदी है। भाव तन मन अग्गै धरै, जदों नूं समझ पै जाती है सब कुछ होना ही मेरे प्रभु पति परमात्मा दे हुक्म नाल है। मैं अपने पति परमात्मा दे वस हाँ, मेरियां सियाणपां मेरियां चतुराइयां मेरे पति परमात्मा तो मैनू दूर लैके जाणगियां। फिर वो की करदी है? अपने परमात्मा पति नूं अपना समर्पण कर दिंदी है, अपना मन परमात्मा रूपी पति दे हवाले कर दिंदी है, अपने मन दे पिछे तुरना छड्ड दिंदी है, ते अपना शरीर जो मन दे पिछे पहलां दौड़दा सी, जो मन दे पिछे लग के ये ज्ञान इंद्रे कर्म इंद्रे विकार कमाउंदे सन, वो अपना शरीर भी ऐसी जीव इस्त्री अपने पति परमात्मा के हवाले कर दिंदी है। तन मन अग्गै धरै, अपना तन मन सब परमात्मा रूपी पति नूं समर्पित कर दिंदी है
कि हे वाहिगुरू जी, अज तो मैं अपनियां सियाणपां चतुराइयां छड्ड दित्तियां, सियाणपां छड्ड दित्तियां। तुसीं किरपा करो मेरे मन उत्ते अपने हुक्म दा, अपने ज्ञान दा रंग चढ़ा दिओ। सुहागणी कर्म कमावंदियां, सेई कर्म करे। सुहागणी ਦਾ ਅਰਥ ਹੈ ਸੁਹਾਗ ਵਾਲੀਆਂ, ਭਾਵ ਉਹ ਗੁਰਮੁਖ ਪਿਆਰੇ, ਉਹ ਗੁਰਮੁਖ ਜੀਵ ਇਸਤਰੀਆਂ ਜੋ ਗੁਰੂ ਵਾਲੀਆਂ ਨੇ, ਜਿਨ੍ਹਾਂ ਦੇ ਪਤੀ ਪਰਮਾਤਮਾ ਨਾਲ, ਜਿਨ੍ਹਾਂ ਨੇ ਆਪਣੇ ਜੀਵਨ ਦੀ ਸਾਂਝ ਪਾ ਲਈ ਹੈ। ਉਹਨਾਂ ਦੇ ਜੀਵਨ ਵਿੱਚ ਫਿਰ ਹੋਰ ਕੋਈ ਪਖੰਡ, ਉਹ ਹੋਰ ਕੋਈ ਦੇਵੀ ਦੇਵਤਾ, ਤੰਤਰ ਮੰਤਰ ਪਖੰਡ ਵਾਲੇ ਬੰਨੇ ਨਹੀਂ ਤੁਰਦੀਆਂ। ਜਿਨ੍ਹਾਂ ਨੇ ਆਪਣਾ ਸੁਹਾਗ ਪਤੀ ਪਰਮਾਤਮਾ ਨੂੰ ਮੰਨ ਲਿਆ ਹੈ, ਐਸੀਆਂ ਸੁਹਾਗਣੀਆਂ ਕਰਮ ਕਮਾਵੰਦੀਆਂ, ਸਦਾ ਉਦਮ ਕਰਦੀਆਂ ਹਨ, ਮਿਹਨਤ ਕਰਦੀਆਂ ਹਨ, ਆਪਣੇ ਜੀਵਨ ਦੇ ਵਿੱਚ ਸੱਚ ਨੂੰ ਵਸਾਉਂਦੀਆਂ ਹਨ, ਗੁਰਮਤਿ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਅਮਲੀ ਤੌਰ 'ਤੇ ਵਸਾਉਂਦੀਆਂ ਹਨ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਇੱਕ ਪਤਨੀ ਆਪਣੇ ਪਤੀ ਦੇ ਸਾਹਮਣੇ ਸ਼ਿੰਗਾਰ ਕਰਕੇ ਤੇ ਆਵੇ, ਪਰ ਅੰਦਰ ਮਨ ਵਿੱਚ ਉਹਦੇ ਬੇਈਮਾਨੀ ਹੋਵੇ, ਆਪਣੇ ਪਤੀ ਦੇ ਨਾਲ ਅੰਦਰ ਦਿਲ ਵਿੱਚ ਬੇਵਫਾਈ ਹੋਵੇ। ਪਤੀ ਨੂੰ ਦੱਸੇ ਕੁਝ ਤੇ ਕਰੇ ਕੁਛ, ਪਤੀ ਨੂੰ ਦੱਸੇ ਕੁਝ ਤੇ ਕਰੇ ਕੁਛ, ਤੇ ਆਪਣੇ ਪਤੀ ਨੂੰ ਨਿਤ ਧੋਖਾ ਦੇਵੇ, ਮੂੰਹ ਤੇ ਬੜੀਆਂ ਮਿੱਠੀਆਂ ਮਿੱਠੇ ਪਿਆਰ ਦੀਆਂ ਗੱਲਾਂ ਕਰੇ, ਅੰਦਰ ਮਨ 'ਚ ਬੇਈਮਾਨੀ ਰੱਖੇ। ਕਿ ਐਸੀ ਪਤਨੀ ਕਦੀ ਆਪਣੇ ਪਤੀ ਦਾ ਪਿਆਰ ਲੈ ਪਾਏਗੀ? ਕਦੀ ਨਹੀਂ ਲੈ ਪਾਏਗੀ। ਸਾਡਾ ਜੀਵਨ ਵੀ ਐਵੇਂ ਹੀ, ਅਸੀਂ ਬਾਹਰ ਦੇ ਸ਼ਿੰਗਾਰ ਕਰਕੇ ਸੁਹਾਗਣ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਾਹਰ ਤੋਂ ਕਰਮਕਾਂਡ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੈਂ ਪ੍ਰਮਾਤਮਾ ਪਤੀ ਵਾਲੀ ਹਾਂ, ਪਰ ਅੰਦਰ ਬਹੁਤ ਸਾਡਾ ਮਨ ਮੈਲਾ ਹੈ, ਅੰਦਰ ਮਨ ਵਿੱਚ ਸੱਚ ਕੋਈ ਨਹੀਂ ਗਾ। ਇਹ ਮਨ ਵਿੱਚ ਧੋਖਾ ਹੈ, ਫਰੇਬ ਹੈ, ਕਮਰੇ ਬੰਦ ਕਰਕੇ ਗੁਨਾਹ ਕੀਤੇ ਜਾ ਰਹੇ ਨੇ। ਸੋਚਿਆ ਇਹ ਜਾ ਰਿਹਾ ਵੀ ਰੱਬ ਨਹੀਂ ਮੈਨੂੰ ਵੇਖਦਾ, ਮੇਰਾ ਪਤੀ ਨਹੀਂ ਮੈਨੂੰ ਵੇਖਦਾ, ਪਰ ਪਰਮਾਤਮਾ ਰੂਪੀ ਪਤੀ ਇੱਕ ਐਸਾ ਹੈ ਜਿਹਨੂੰ ਸਭ ਕੁਝ ਨਜ਼ਰ ਆਉਂਦਾ ਹੈ। ਉਹਨੂੰ ਸਭ ਪਤਾ ਹੈ ਕੌਣ ਸੁਹਾਗ ਵਾਲਾ ਹੈ ਤੇ ਕੌਣ ਦੁਹਾਗ ਆ, ਕਿਹਨੂੰ ਕਿਹੜੀ ਸੁਹਾਗਣ ਆ ਤੇ ਕਿਹੜੀ ਦੁਹਾਗਣ ਆ। ਹੁਣ ਜਦੋਂ ਜੀਵ ਇਸਤਰੀ ਨੂੰ ਇਹ ਗੱਲ ਦੀ ਸਮਝ ਪਈ ਕਿ ਮੈਂ ਆਪਣੇ ਪਤੀ ਨੂੰ ਬਾਹਰ ਦੇ ਸ਼ਿੰਗਾਰ ਨਾਲ ਰਿਝਾ ਨਹੀਂ ਸਕਦੀ ਜਦ ਤੱਕ ਮੇਰਾ ਮਨ ਮੈਂ ਆਪਣੇ ਪਤੀ ਨੂੰ ਸਮਰਪਣ ਨਹੀਂ ਕਰਦੀ, ਤਾਂ ਫਿਰ ਸੁਹਾਗਣੀ ਨੇ ਕੀ ਕੀਤਾ? ਸੁਹਾਗਣੀ ਕਰਮ ਕਮਾਉਂਦੀਆਂ, ਫਿਰ ਉਹ ਉਦਮ ਕਰਦੀਆਂ ਹਨ, ਮਿਹਨਤ ਕਰਦੀਆਂ ਹਨ, ਸੱਚ ਦੇ ਰਸਤੇ 'ਤੇ ਤੁਰਨ ਦਾ ਯਤਨ ਕਰਦੀਆਂ ਹਨ, ਗੁਰਬਾਣੀ ਗੁਰੂ ਸ਼ਬਦ ਨੂੰ ਜੀਵਨ ਵਿੱਚ ਅਮਲੀ ਤੌਰ 'ਤੇ ਵਸਾਉਂਦੀਆਂ ਹਨ, ਆਪਣੇ ਕਿਰਦਾਰ ਨੂੰ ਜਤ ਅਤੇ ਸਤ ਦੇ ਧਾਰਨੀ ਬਣਦੀਆਂ ਹਨ, ਭਾਵ ਪ੍ਰੈਕਟੀਕਲ ਤੌਰ 'ਤੇ ਆਪਣੇ ਜੀਵਨ ਨੂੰ ਸ਼ਿੰਗਾਰਿਆ ਜਾ ਰਿਹਾ ਹੈ। ਦੇਖੋ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਇੱਕ ਵਿਸ਼ਾ ਹੈ, ਪਰ ਜਦੋਂ ਅਸੀਂ ਆਪਣੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰਾਂਗੇ, ਸ਼ਬਦ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਾਂਗੇ। ਗੁਰੂ ਜੀ ਕਹਿੰਦੇ ਮੇਰੇ ਸਿੱਖ ਨੇ ਕ੍ਰੋਧ ਨਹੀਂ ਕਰਨਾ, ਮੈਂ ਆਪਣੇ ਜੀਵਨ ਵਿੱਚੋਂ ਕ੍ਰੋਧ ਨੂੰ ਵਸ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੇਰੇ ਸਾਹਿਬ ਕਹਿੰਦੇ ਮੇਰੇ ਸਿੱਖ ਨੇ ਈਰਖਾ ਨਹੀਂ ਕਰਨੀ, ਮੈਂ ਆਪਣੇ ਅੰਦਰ ਈਰਖਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਹੁਣ ਇਹ ਉਦਮ ਕਰ ਰਹੇ ਹਾਂ, ਸੁਹਾਗਣੀ ਕਰਮ ਕਮਾਉਂਦੀਆਂ। ਹੁਣ ਸੁਹਾਗਣੀਆਂ ਜਿਹੜੀਆਂ ਨੇ ਉਹ ਆਪਣੇ ਸੁਹਾਗ ਪਤੀ ਨੂੰ ਮਿਲਣ ਵਾਸਤੇ ਸੱਚ ਦਾ ਕੰਮ ਕਰਨ ਲੱਗ ਪਈਆਂ, ਆਪਣੇ ਜੀਵਨ ਵਿੱਚ ਸੱਚ ਵਸਾਉਣ ਲੱਗ ਪਈਆਂ। ਸਹੀ ਕਰਮ ਕਰੇ, ਤੇ ਫਿਰ ਉਹ ਭਗਤ ਦੇ ਵਿੱਚ, ਭਗਤੀ ਦੇ ਵਿੱਚ ਖੁੱਭ ਗਈਆਂ। ਉਹੀ ਉਹ ਉਦਮ ਕਰਦੀਆਂ ਹਨ, ਉਹੀ ਕਰਮ ਕਰਦੀਆਂ ਹਨ ਜਿਨ੍ਹਾਂ ਦੇ ਨਾਲ ਪਰਮਾਤਮਾ ਦੇ ਪ੍ਰਤੀ ਹੋਰ ਵਿਸ਼ਵਾਸ, ਹੋਰ ਸ਼ਰਧਾ ਦ੍ਰਿੜ ਹੋਵੇ। ਸਹਿਜੇ ਸਾਚ ਮਿਲਾਵੜਾ, ਸਾਚ ਵਡਾਈ ਦੇ। ਸਹਿਜੇ, ਹਰ ਵਕਤ ਬੇਨਤੀ ਕਰਦਾ ਹੈ ਜਦੋਂ ਸਹਿਜ ਸ਼ਬਦ ਆਉਂਦਾ, ਆਤਮਿਕ ਅਡੋਲਤਾ ਵਿੱਚ ਟਿਕ ਕੇ। ਆਤਮਿਕ ਅਡੋਲਤਾ ਮਿਸ ਜਿੱਥੇ ਭਟਕਣਾ ਨਹੀਂ ਹੈ। ਜੇ ਸਾਡੇ ਜੀਵਨ ਵਿੱਚ ਭਟਕਣਾ ਹੈ, ਭਰਮ ਹੈ, ਅਸੀਂ ਇੱਧਰ ਉੱਧਰ ਦੌੜ ਰਹੇ ਹਾਂ, ਫਿਰ ਸਹਿਜ ਨਹੀਂ ਆ ਸਕਦਾ, ਉੱਥੇ ਟਿਕਾਵ ਨਹੀਂ ਹੋ ਸਕਦਾ। ਆਹ ਕਰੀਏ ਕਿ ਨਾ ਕਰੀਏ, ਉਹਨੂੰ ਦੁਬਿਧਾ ਕਹਿੰਦੇ, ਦੁਚਿੱਤੀ ਕਹਿੰਦੇ। ਮਨੁੱਖ ਭਰਮ ਦੇ ਵਿੱਚ ਹੀ ਜੀਵਨ ਸਾਰਾ ਲਗਾ ਦਿੰਦਾ ਹੈ, ਤੇ ਸਭ ਕਹਿੰਦੇ ਭਰਮ ਦੇ ਵਿੱਚ ਪ੍ਰੇਮ ਨਹੀਂ ਆਉਂਦਾ। ਜਦੋਂ ਜੀਵਨ ਵਿੱਚ ਸਹਿਜ ਆਉਂਦਾ ਨਾ, ਸਹਿਜ ਦਾ ਅਰਥ ਟਿਕਾਵ, ਮਨ ਟਿਕ ਜਾਂਦਾ, ਮਨ ਦੀਆਂ ਦੌੜਾਂ ਮੁੱਕ ਜਾਂਦੀਆਂ ਨੇ।
ਸਹਿਜੇ ਸਾਚ ਮਿਲਾਵੜਾ। ਕਹਿੰਦੇ ਇਸ ਤਰ੍ਹਾਂ ਸਹਿਜ ਦੀ ਅਵਸਥਾ, ਆਤਮਿਕ ਅਡੋਲਤਾ ਦੇ ਵਿੱਚ ਜਦੋਂ ਮਨੁੱਖ ਦਾ ਮਨ ਟਿਕ ਜਾਂਦਾ, ਗੁਰੂ ਦੇ ਸਿੱਖ ਦਾ ਮਨ ਟਿਕ ਜਾਂਦਾ, ਫਿਰ ਸਦਾ ਅਟਲ ਰਹਿਣ ਵਾਲਾ ਪ੍ਰਮਾਤਮਾ ਜੋ ਸਾਰਿਆਂ ਵਿੱਚ ਵਸਦਾ ਹੈ, ਉਹਦੇ ਨਾਲ ਫਿਰ ਇਸ ਜੀਵ ਦੀ ਸਾਂਝ ਬਣ ਜਾਂਦੀ ਹੈ, ਗੁਰੂ ਦੇ ਸਿੱਖ ਦੀ ਸਾਂਝ ਬਣ ਜਾਂਦੀ ਹੈ। ਫਿਰ ਉਹਦੀ ਆਤਮਾ ਪ੍ਰਮਾਤਮਾ ਦੇ ਨਾਲ ਮਿਲਾਪ ਕਰ ਲੈਂਦੀ ਹੈ। ਸਹਿਜੇ ਸਾਚ ਮਿਲਾਵੜਾ ਸਾਚ ਵਡਾਈ ਦੇ। ਫਿਰ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਉਹ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਆਪਣੇ ਹਿਰਦੇ ਵਿੱਚ ਸਤਿਕਾਰ ਦਿੰਦਾ ਹੈ। ਵਾਹਿਗੁਰੂ ਨੂੰ ਮਾਨਵਤਾ ਵਿੱਚ ਵਸਦਾ ਵੇਖ ਕੇ ਸਾਰਿਆਂ ਨਾਲ ਪ੍ਰੇਮ ਕਰਦਾ ਹੈ। ਫਿਰ ਉਹ ਹਰ ਇੱਕ ਦੀ ਰਿਸਪੈਕਟ ਕਰਦਾ ਹੈ, ਹਰ ਇੱਕ ਨਾਲ ਜੀਵਨ ਦੇ ਵਿੱਚ ਸਤਿਕਾਰ ਕਰਦਾ ਹੈ, ਕਿਉਂਕਿ ਉਹਨੂੰ ਨਜ਼ਰ ਆਉਂਦਾ ਹੈ ਕਿ ਹਰ ਇੱਕ ਵਿੱਚ ਵਸਦਾ ਮੇਰਾ ਪ੍ਰਮਾਤਮਾ ਹੈ। ਜਦੋਂ ਐਸਾ ਜੀਵਨ ਬਣਦਾ ਹੈ, ਫਿਰ ਸੱਚੇ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਫਿਰ ਉਸ ਨਿਰੰਕਾਰ ਦੀਆਂ ਸੱਚੀਆਂ ਵਡਿਆਈਆਂ ਬਖਸ਼ਿਸ਼ਾਂ ਨੂੰ ਇਹ ਮੰਨਣ ਲੱਗ ਪੈਂਦਾ ਹੈ। ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਸਭ ਕਹਿੰਦੇ ਹੇ ਮੇਰੇ ਵੀਰ ਚੇਤਾ ਰੱਖੀ, ਇਸ ਕਰਕੇ ਮੈਂ ਤੈਨੂੰ ਕਹਿਣਾ, ਗੁਰੂ ਗਿਆਨ ਧੰਨ ਸਾਹਿਬ ਸ੍ਰੀ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ, ਗੁਰੂ ਦੀ ਮੱਤ ਲੈਣ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਭਾਵੇਂ ਤੂੰ ਬਾਹਰ ਦੇ ਜਿੰਨੇ ਮਰਜ਼ੀ ਕਰਮ ਕਾਂਡ ਕਰੇ। ਅੱਜ ਮਨੁੱਖ ਦਾ ਇਹੀ ਹਾਲ ਹੈ। ਸਭ ਕਹਿੰਦੇ ਮਨਮੁਖ ਭਗਤ ਕਰੇ ਬਿਨ ਸਤਿਗੁਰ। ਮਨ ਦੀ ਮੱਤ ਪਿੱਛੇ ਲੱਗਣ ਵਾਲਾ ਮਨੁੱਖ ਇਹ ਸੋਚਦਾ ਮੈਨੂੰ ਕੀ ਲੈਣਾ ਦੇਣਾ ਗੁਰੂ ਕੋਲੋਂ, ਮੈਂ ਤਾਂ ਇੰਨੇ ਕਥਾਵਾਚਕ ਰੋਜ਼ ਸੁਣਦਾ, ਇੰਨਾ ਕੀਰਤਨ ਸੁਣਦਾ, ਇਹ ਵੀ ਤਾਂ ਮੈਂ ਬਾਣੀ ਪੜ੍ਹ ਹੀ ਰਿਹਾ ਨਾ, ਬਾਣੀ ਸੁਣ ਹੀ ਰਿਹਾ ਨਾ। ਇਹ ਇੱਕ ਵਿਸ਼ਾ ਹੈ, ਇਹ ਪੱਖ ਹੈ ਮਾਫ਼ ਕਰਨਾ। ਜਦ ਤੱਕ ਮੈਂ ਆਪ ਸਹਿਜ ਪਾਠ ਨਹੀਂ ਕਰਦਾ, ਆਪ ਗੁਰਬਾਣੀ ਨਾਲ ਨਹੀਂ ਜੁੜਦਾ, ਆਪ ਨਹੀਂ ਕੋਸ਼ਿਸ਼ ਕਰਦਾ ਗੁਰੂ ਸ਼ਬਦ ਨੂੰ ਸਮਝਣ ਦੀ, ਤਦ ਤੱਕ ਮੈਂ ਠੱਗਿਆ ਜਾਂਦਾ ਰਵਾਂਗਾ। ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਲੁੱਟਿਆ ਜਾਂਦਾ ਮੈਂ ਰਵਾਂਗਾ, ਕਿਉਂਕਿ ਮੈਂ ਆਪ ਨਹੀਂ ਪੜ੍ਹ ਰਿਹਾ, ਮੈਂ ਦੂਸਰੇ ਦੇ ਭਰੋਸੇ 'ਤੇ ਹਾਂ। ਮੈਂ ਸੋਚ ਰਿਹਾ ਸ਼ਾਇਦ ਦੂਸਰੇ ਕਿਸੇ ਕਥਾਕਾਰ ਨੂੰ ਸੁਣ ਕੇ, ਕਿਸੇ ਕੀਰਤਨੀਏ ਨੂੰ ਸੁਣ ਕੇ, ਕਿਸੇ ਢਾਡੀ ਨੂੰ ਸੁਣ ਕੇ ਮੇਰੇ ਅੰਦਰ ਉਹ ਸੱਚ ਆ ਜਾਵੇਗਾ। ਇਹ ਇੱਕ ਤਰੀਕਾ ਹੈ ਤੁਰਨ ਦਾ। ਮੈਂ ਕਥਾ ਸੁਣ ਰਿਹਾ, ਇੱਕ ਤਰੀਕਾ ਹੈ, ਪਰ ਜੇ ਮੈਂ ਕੰਨਾਂ ਤੋਂ ਸੁਣ ਰਿਹਾ ਅਤੇ ਮੈਂ ਪੜ੍ਹ ਵੀ ਰਿਹਾ ਜੀਭਾਂ ਤੋਂ, ਪਰ ਮੈਂ ਉਹ ਤੋਂ ਅਮਲ ਨਹੀਂ ਕਰ ਰਿਹਾ, ਦੇਖੋ ਕਥਾਵਾਚਕ ਗੁਰੂ ਨਹੀਂ ਹੋ ਸਕਦਾ, ਕੀਰਤਨੀਏ ਸਿੰਘ ਗੁਰੂ ਨਹੀਂ ਹੋ ਸਕਦਾ। ਗੁਰੂ ਕੇਵਲ ਧੰਨ ਗੁਰੂ ਸ਼ਬਦ ਗੁਰਬਾਣੀ ਹੋ ਸਕਦਾ। ਕਥਾਕਾਰ ਕੀਰਤਨੀਏ ਸਤਿਕਾਰਯੋਗ ਨੇ ਜੋ ਸਾਨੂੰ ਗੁਰੂ ਦੀ ਗੱਲ ਦੱਸ ਰਹੇ ਨੇ। ਜਿਵੇਂ ਇੱਕ ਮਾਈਕ ਦਾ ਕੰਮ ਆ ਆਵਾਜ਼ ਤੁਹਾਡੇ ਤੱਕ ਪਹੁੰਚਾਉਣਾ, ਇਵੇਂ ਇੱਕ ਕਥਾਕਾਰ ਤੇ ਕੀਰਤਨੀਏ ਦੀ ਸੇਵਾ ਹੈ ਕਿ ਉਹ ਤੁਹਾਡੇ ਤੱਕ ਗੁਰਬਾਣੀ ਗੁਰੂ ਸ਼ਬਦ ਪਹੁੰਚਾ ਰਹੇ ਨੇ। ਉਹ ਇਸ ਕਰਕੇ ਪਹੁੰਚਾ ਰਹੇ ਨੇ ਸਾਡੇ ਅੰਦਰ ਇੱਕ ਜਿਗਿਆਸਾ ਪੈਦਾ ਹੋਵੇ, ਅਸੀਂ ਆਪ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਈਏ, ਆਪ ਆਪਣੇ ਗੁਰੂ ਦੇ ਨਾਲ ਆਪਣੀ ਸਾਂਝ ਪਾ ਲਈਏ। ਇੱਧਰਲੇ ਬੰਨੇ ਅਸੀਂ ਤੋਰ ਹੀ ਨਹੀਂ ਰਹੇ। ਜਦ ਤੱਕ ਤੁਸੀਂ ਆਪ ਨਹੀਂ ਜੁੜਦੇ ਗੁਰਬਾਣੀ ਨਾਲ, ਜਦ ਤੱਕ ਆਪ ਨਹੀਂ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਦੇ, ਤੁਹਾਡੇ ਅੰਦਰ ਸੱਚ ਦਾ ਗਿਆਨ ਦਾ ਪ੍ਰਗਾਸ ਹੋਣਾ ਹੀ ਨਹੀਂ। ਕੱਲ੍ਹ ਨੂੰ ਹੋਰ ਕੋਈ ਕਥਾਵਾਚਕ ਕਹਿ ਦੇਗਾ ਆਹ ਨਹੀਂ ਇੰਜ ਕਰਨਾ, ਭਰਮ 'ਚ ਪੈ ਗਏ ਨਾ। ਅੱਜ ਕਨਫਿਊਜ਼ ਕਿਉਂ ਆ? ਕਿਉਂਕਿ ਅਸੀਂ ਕਥਾਵਾਚਕਾਂ 'ਤੇ ਡਿਪੈਂਡ ਹਾਂ। ਇਹ ਬਾਬਾ ਜੀ ਨੇ ਆਹ ਗੱਲ ਕਹਿ ਦਿੱਤੀ, ਦੂਜੇ ਬਾਬਾ ਜੀ ਆਏ ਉਹਨਾਂ ਨੇ ਉਹ ਗੱਲ ਕਹਿ ਦਿੱਤੀ, ਪਰ ਸਤਿਗੁਰੂ ਕਹਿੰਦੇ ਮੈਂ ਤੇ ਤੈਨੂੰ ਭਟਕਣਾ 'ਚ ਪਾਉਣਾ ਹੀ ਨਹੀਂ ਚਾਹੁੰਦਾ। ਮੈਂ ਤੇ ਚਾਹੁੰਦਾ ਤੂੰ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨੂੰ ਖੁਦ ਪੜ੍ਹੇ। ਜਿੱਦਣ ਮੈਂ ਖੁਦ ਪੜ੍ਹਨੀ ਸ਼ੁਰੂ ਕਰੂੰਗਾ, ਖੁਦ ਵਿਚਾਰਨੀ ਸ਼ੁਰੂ ਕਰੂੰਗਾ, ਖੁਦ ਸਮਝਣੀ ਸ਼ੁਰੂ ਕਰੂੰਗਾ, ਉਦਣ ਮੈਨੂੰ ਆਪਣੇ ਆਪ ਸਮਝ ਪੈ ਜਾਏਗੀ ਕੌਣ ਸਹੀ ਕਹਿ ਰਿਹਾ ਅਤੇ ਕੌਣ ਗਲਤ ਕਹਿ ਰਿਹਾ, ਕਿਹੜਾ ਪ੍ਰਚਾਰਕ ਸੱਚ ਦਾ ਪ੍ਰਚਾਰ ਕਰ ਰਿਹਾ ਅਤੇ ਕਿਹੜਾ ਪਖੰਡ ਦਾ ਕਰ ਰਿਹਾ। ਮੈਂ ਤੁਰੰਤ ਇਹ ਨਿਖੇਰ ਲੂੰਗਾ, ਕਿਉਂਕਿ ਮੈਨੂੰ ਆਪ ਨੂੰ ਹੁਣ ਸਮਝ ਆਉਣ ਲੱਗ ਪਈ ਹੈ ਕਿ ਮੇਰਾ ਗੁਰੂ ਕੀ ਕਹਿੰਦਾ। ਅਤੇ ਸਾਹਿਬ ਕਹਿੰਦੇ ਬਿਨ ਗੁਰ ਭਗਤ ਨਾ ਪਾਈ ਹੈ ਜੇਲੋ ਚੈ ਸਭ ਕੋਏ। ਕਹਿੰਦੇ ਇਸ ਕਰਕੇ ਮੈਂ ਕਹਿ ਰਿਹਾ, ਮੇਰੇ ਸਾਹਿਬ ਕਹਿੰਦੇ ਜਦ ਤੱਕ ਤੂੰ ਆਪ ਨਹੀਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਦਾ, ਭਗਤੀ ਦੇ ਅਰਥ ਤੈਨੂੰ ਸਮਝ ਨਹੀਂ ਆਉਣਗੇ ਅਤੇ ਤੇਰੇ ਮਨ ਵਿੱਚ ਸੱਚ ਨੂੰ ਪ੍ਰਾਪਤ ਕਰਨ ਦੀ ਜਿਗਿਆਸਾ ਨਹੀਂ ਪੈਦਾ ਹੋਵੇਗੀ ਜਦ ਤੱਕ ਤੂੰ ਆਪ ਨਹੀਂ ਤੁਰਦਾ। 184 ਫੇਰ ਪਿਆ ਕਾਮਣ ਦੂਜੈ ਪਾਏ,
ਫੇਰ ਦਾ ਅਰਥ ਹੈ ਗੇੜ, ਕਾਮਣ ਦਾ ਅਰਥ ਹੈ ਜੀਵ ਇਸਤਰੀ, ਦੂਜਾ ਹੈ ਭਾਏ ਮਾਇਆ ਦੇ ਪਿਆਰ ਵਿੱਚ। ਪਹਿਲਾ ਭਾਏ ਪ੍ਰਮਾਤਮਾ ਦਾ ਪ੍ਰੇਮ ਆਉਂਦਾ ਹੈ ਜਦੋਂ ਭਾਏ ਸ਼ਬਦ ਆਏਗਾ ਪ੍ਰਮਾਤਮਾ ਦਾ, ਜਿੱਥੇ ਦੂਜਾ ਮੋਹ, ਦੂਜਾ ਭੈ, ਦੂਜਾ ਪ੍ਰੇਮ ਸ਼ਬਦ, ਦੂਜੀ ਪ੍ਰੀਤ, ਦੂਜਾ ਸ਼ਬਦ ਜਿੱਥੇ ਆਵੇਗਾ ਦੂਜਾ ਦਾ ਅਰਥ ਹੈ ਮਾਇਆ, ਪਦਾਰਥ, ਸੰਸਾਰ। ਸਭ ਕਹਿੰਦੇ ਮਾਨੋ ਐਸਾ ਮਨੁੱਖ ਜਿਉਂਦਿਆਂ ਜਾਗਦਿਆਂ 84 ਲੱਖ ਜਾਨਵਰਾਂ ਦੀਆਂ ਜੋਨਾਂ, ਜੀਵ ਜੰਤੂਆਂ ਦੀਆਂ ਜੋਨਾਂ ਭਟਕਦਾ ਪਿਆ ਏ, ਜੇ ਉਹਦੇ ਮਨ ਵਿੱਚ ਮਾਇਆ ਦਾ ਤੇ ਪਿਆਰ ਆ ਪਰ ਪਰਮਾਤਮਾ ਰੂਪੀ ਪਤੀ ਨਾਲ ਕੋਈ ਜੀਵਨ ਦੀ ਸਾਂਝ ਨਹੀਂ, ਉਹ ਤੇ ਇੱਕ ਤਰੀਕੇ ਦੇ 84 ਲੱਖ ਫੇਰ ਵਿੱਚ ਪੈ ਗਿਆ। ਕਿਵੇਂ? ਕਦੀ ਕੁੱਤੇ ਦੇ ਲਾਲਚ ਵਾਲੀ ਬਿਰਤੀ ਹੈ, ਕਦੀ ਲੋਭੀ ਹੈ, ਕਦੀ ਹੰਕਾਰੀ ਹੈ, ਕਦੀ ਕਾਮੀ ਹੈ। ਗੱਲ ਕੀ ਸਾਰੇ ਵਿਕਾਰ ਜਿਹੜੇ ਨੇ ਉਹ ਜਾਨਵਰਪੁਣਾ ਲੈ ਕੇ ਆਉਂਦੇ ਨੇ, ਤੇ ਮਨੁੱਖ ਦੇ ਅੰਦਰ ਜਾਨਵਰਪੁਣਾ ਮੌਜੂਦ ਹੈ। ਇਹਦੇ ਜਾਨਵਰਪੁਣੇ ਨੂੰ ਕੰਟਰੋਲ ਕਰਨ ਵਾਸਤੇ ਗੁਰੂ ਸ਼ਬਦ ਰੂਪੀ ਅੰਕੁਸ਼ ਹੈ ਜੋ ਇਹਨੂੰ ਕੰਟਰੋਲ ਕਰਕੇ ਰੱਖੇ। ਧੰਨ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੋ ਇਹਨੂੰ ਕੰਟਰੋਲ ਕਰਕੇ ਰੱਖੇ। ਇਹਨੂੰ ਕੰਟਰੋਲ ਕਰਨ ਵਾਸਤੇ ਗੁਰੂ ਦੇ ਗਿਆਨ ਤੇ ਗੁਰੂ ਦੀ ਸਮਝ ਦੀ ਲੋੜ ਹੈ। ਹੁਣ ਜੇ ਇਹ ਕਾਮਣ ਦਾ ਅਰਥ ਹੈ ਜੀਵ ਇਸਤਰੀ, ਪਤੀ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਉਂਦੀ ਤੇ ਬਾਹਰ ਦੇ ਸ਼ਿੰਗਾਰਾਂ ਨਾਲ ਪ੍ਰੇਮ ਪਾ ਕੇ ਬੈਠੀ ਹੈ, ਪਦਾਰਥਾਂ ਨਾਲ ਪ੍ਰੇਮ ਪਾ ਕੇ ਬੈਠੀ ਹੈ, ਸਤਿਗੁਰੂ ਕਹਿੰਦੇ ਐਸੀ ਜੀਵ ਇਸਤਰੀ 84 ਲੱਖ ਜੋਨਾਂ ਦਾ ਗੇੜ ਭੋਗ ਰਹੀ ਹੈ। ਕਹਿਣ ਤੋਂ ਭਾਵ ਤੁਸੀਂ ਤੇ ਕਹਿੰਦੇ ਹੋ ਨਾ ਕਿ ਮਰਨ ਤੋਂ ਬਾਅਦਾਂ ਭੋਗੇਗੀ, ਸਭ ਕਹਿੰਦੇ ਮੈਂ ਕਹਿੰਦਾ ਉਹ ਜਿਉਂਦਿਆਂ ਜੀ ਭੋਗ ਰਿਹਾ। ਕਦੀ ਕੁੱਤੇ ਵਰਗੀ ਗਰੀਡ ਹੁੰਦੀ ਹੈ ਸਾਡੇ 'ਚ, ਲਾਲਚ ਹੁੰਦਾ ਹੈ, ਕਿਤੇ ਈਰਖਾ ਹੈ, ਕਿਤੇ ਨਫ਼ਰਤ ਹੈ। ਗੱਲ ਕੀ ਜਿਤਨੇ ਵੀ ਅਵਗੁਣ ਸਾਡੇ ਅੰਦਰ ਨੇ, ਇੱਕ ਪਸ਼ੂ ਪਕਸ਼ੀ ਦੇ ਫੋਲ ਕੇ ਵੇਖ ਲਿਓ ਤੁਸੀਂ, ਸਾਰੇ ਜੀਵ ਜੰਤੂਆਂ ਦੇ ਅਵਗੁਣ ਸਾਡੇ ਅੰਦਰ ਭਰੇ ਨੇ। ਹੁਣ ਮਨੁੱਖ ਦਾ ਗੁਣ ਕੀ ਹੈ? ਮਨੁੱਖ ਦਾ ਗੁਣ ਆ ਕਿ ਮਨੁੱਖ ਨੂੰ ਪ੍ਰੇਮ ਪ੍ਰੀਤਮ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਕਰਨਾ ਚਾਹੀਦਾ। ਮਨੁੱਖ ਦਾ ਗੁਣ ਆ ਕਿ ਮਨੁੱਖ ਨੇ ਬੰਦਾ ਬਣਨਾ ਹੈ। ਪਰ ਜੇ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ, ਹੁਣ ਕਰਤੂਤ ਪਸ਼ੂ ਕੀ ਹੈ? ਜਾਨਵਰਾਂ ਵਾਲੀਆਂ ਜੋਨਾਂ ਭਟਕ ਰਿਹਾ ਹੈ ਤੇ ਸਰੀਰ ਮਨੁੱਖ ਦਾ ਲੈ ਕੇ ਬੈਠਾ ਹੈ। ਤੋ ਸਭ ਕਹਿੰਦੇ ਪਤਾ ਕਿਉਂ ਬਣਿਆ? ਕਿਉਂਕਿ ਇਹਦਾ ਚਿੱਤ ਪ੍ਰਮਾਤਮਾ ਰੂਪੀ ਪਤੀ ਨਾਲ ਨਹੀਂ ਜੁੜਿਆ, ਇਹ ਪਦਾਰਥਾਂ ਨਾਲ ਮੋਹ ਪਾ ਕੇ ਬੈਠਾ ਹੈ। ਬਿਨ ਗੁਰ ਨੀਂਦ ਨਾ ਆਵਈ, ਦੁਖੀ ਰਹਿਣ ਵਿਹਾਏ। ਕਹਿੰਦੇ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਬਿਨਾਂ, ਗੁਰਬਾਣੀ ਗੁਰੂ ਸ਼ਬਦ ਨੂੰ ਜੀਵਨ ਵਿੱਚ ਵਸਾਉਣ ਤੋਂ ਬਿਨਾਂ, ਗੁਰੂ ਦੇ ਮੱਤ 'ਤੇ ਤੁਰਨ ਤੋਂ ਬਿਨਾਂ ਆਤਮਿਕ ਸ਼ਾਂਤੀ। ਨੀਂਦ ਦਾ ਅਰਥ ਹੈ ਇੱਕ ਨੀਂਦ ਹੈ ਜਿਹੜੀ ਅਸੀਂ ਅੱਖਾਂ ਮੀਟ ਕੇ ਸੌਂਦੇ ਹਾਂ, ਇਹ ਸੁਪਨਿਆਂ ਦੀ ਨੀਂਦ ਹੈ। ਕਈ ਵਾਰੀ ਅਸੀਂ ਸੁੱਤੇ ਹੁੰਦੇ ਹਾਂ ਤਾਂ ਵੀ ਬੇਚੈਨੀ ਹੈ। ਇੱਕ ਅਸੀਂ ਕਹਿੰਦੇ ਹਾਂ ਵੀ ਅੱਜ ਮੈਂ ਸਕੂਨ ਨਾਲ ਸੁੱਤਾ, ਮੇਰੀ 10 ਮਿੰਟ ਸੁੱਤਾ, ਮੇਰੀ ਸਾਰੀ ਥਕਾਵਟ ਲੱਥ ਗਈ। ਐਸੀ ਇੱਕ ਨੀਂਦ ਹੈ ਜਿਹੜੀ ਆਤਮਿਕ ਨੀਂਦ ਹੈ, ਆਤਮਿਕ ਸ਼ਾਂਤੀ, ਆਤਮਿਕ ਸਕੂਨ, ਜਿੱਥੇ ਕੋਈ ਚਿੰਤਾ ਨਾ ਹੋਵੇ, ਜਿੱਥੇ ਕੋਈ ਪਰੇਸ਼ਾਨੀ ਨਹੀਂ ਹੈ, ਕਿੱਥੇ ਕੋਈ ਘਾਟੇ ਵਾਧੇ ਦਾ ਕੋਈ ਮਨ ਵਿੱਚ ਖਿਆਲ ਨਹੀਂ ਹੈ। ਇੱਕ ਪੂਰਨ ਮੁਕੰਮਲ ਟਿਕਾਵ ਜਿਹਨੂੰ ਕਹਿੰਦੇ ਸਹਿਜ। ਬਿਨ ਗੁਰ ਨੀਂਦ ਨ ਆਵਈ, ਗੁਰੂ ਦੀ ਸ਼ਰਨ ਤੋਂ ਬਿਨਾਂ। ਨੀਂਦ ਦਾ ਅਰਥ ਹੈ ਆਤਮਿਕ ਸ਼ਾਂਤੀ। ਗੁਰੂ ਜੀ ਦੀ ਸ਼ਰਨ ਤੋਂ ਬਿਨਾਂ, ਗੁਰੂ ਬਾਣੀ ਗੁਰੂ ਦੀ ਗਿਆਨ ਨੂੰ ਸਮਝਣ ਤੋਂ ਬਿਨਾਂ ਮਨੁੱਖ ਨੂੰ ਆਤਮਿਕ ਸ਼ਾਂਤੀ ਨਸੀਬ ਨਹੀਂ ਹੋ ਸਕਦੀ ਤੇ ਉਸ ਦੀ ਜ਼ਿੰਦਗੀ ਦੁਖੀ ਰਹਿਣ ਵਿਹਾਏ। ਰਹਿਣ ਦਾ ਅਰਥ ਹੈ ਜ਼ਿੰਦਗੀ ਰੂਪੀ ਰਾਤ। ਸਾਰੀ ਜ਼ਿੰਦਗੀ ਉਹਦੀ ਦੁੱਖਾਂ ਦੇ ਵਿੱਚ ਹੀ ਲੰਘਦੀ ਹੈ, ਪਰੇਸ਼ਾਨੀਆਂ 'ਚ ਹੀ ਲੰਘਦੀ ਹੈ। ਬਿਨ ਸ਼ਬਦੈ ਪਿਰ ਨਾ ਪਾਈਐ, ਬਿਰਥਾ ਜਨਮ ਗਵਾਏ। ਸਭ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ, ਬਿਨ ਸ਼ਬਦ ਹੈ, ਗੁਰੂ ਦੇ ਸ਼ਬਦ ਤੋਂ ਬਿਨਾਂ ਪਿਰ ਨਾ ਪਾਈਐ, ਪਰਿਪੂਰਨ ਪ੍ਰਮਾਤਮਾ ਰੂਪੀ ਪਤੀ ਨਹੀਂ ਮਿਲ ਸਕਦਾ, ਬਿਰਥਾ ਜਨਮ ਗਵਾਏ। ਤੇ ਮਨੁੱਖ ਆਪਣੇ ਜੀਵਨ ਨੂੰ ਹੀਰੇ ਵਰਗੇ ਜਨਮ ਨੂੰ ਕੌਡੀਆਂ ਦੇ ਬਦਲੇ ਰੋਲ ਰਿਹਾ ਹੈ, ਆਪਣੇ ਸਾਰੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ। ਇਹ ਸਮਾਂ, ਇਹ ਮੌਕਾ ਹੈ। ਬਾਰ-ਬਾਰ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਮੌਕਾ ਹੈ ਤੇਰੇ ਕੋਲ। ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਵਸਾ, ਗੁਰੂ ਦੀ ਮੱਤ ਲੈ, ਸਮਝ ਜਾ, ਹਜੇ ਵੀ ਸਮਝ ਜਾ, ਆਪਣੇ ਜੀਵਨ ਨੂੰ ਸਿੱਧੇ ਰਸਤੇ ਤੇ ਲਾ
तेरा भला होवेगा, तू होरां दा भी कर देवेगा। पर जद तक तू गुरु शब्द का ज्ञान जीवन च नहीं वसाउंदा, तू सोचदा किसी पीर मज़ार ते जाके मत्था टेक के मैनूं सुकून मिल जूगा, तू सोचदा कोई बाहर दियां जोतिष प्रक्रियावां नूं करके मैनूं सुकून मिल जाएगा, गुरुद्वारे जाके वन समोने लंगर प्रसाद करा के मैनूं सुकून मिल जाएगा। ये बेचैनी पैदा करेगी। लंगर लाउणा है किसी गरीब के मूँह दे विच रोटी पा, तैनूं आत्मिक सुकून मिले, शांति मिले। तैनूं बिन शब्द है पिर ना पाई है। गुरु के शब्द तो बिना प्रभु पति परमात्मा का प्यार नहीं मिलता। बिरथा जन्म गवाए ते ये मनुख अपने हीरे वर्गे जन्म नूं कौडियां दे भाव रोल लैंदा है। हों हों करती जग फिरी, ना धन संपै नाल। हों हों करती, हों हों का अर्थ है मैं करते रहना हर वक्त। सब कहते ऐसी जीव इस्त्री जिहड़ी पति परमात्मा वाहिगुरू तो टुटी हुई है, कहते सारी उम्र मैं ही करती रहिंदी है। हों हों करती जग फेरी, सारे जगत विच ये मैं करती ही घूमती रहिंदी है। ना धन संपै नाल, ते माया दी खातर ये जो झूठ बोलती है, लालच दी खातर ममता विच फसी हुई जो ये बार बार बेईमानी कर रही है। असी अपने आप नूं किते पुछीए ना, साडे अंदर ऐसे हालात बन जाते ने कई बारी असी झूठ बिल्कुल बिना गुरेज तो बोली जाने। जो साडे अंदर लालच पैदा होंदा ना, फिर साडियां गल्लां सुनन वालियां होंदियां ने। असी पहलां ते प्रेम दे नाल किसी नूं भरमाउणा चाहुंदे आ भी वो मेरे लालच नूं पूरा कर देवे। ਜਦੋਂ प्रेम ਦੇ ਨਾਲ ਮੈਨੂੰ ਲੱਗਦਾ ਮੇਰਾ ਲਾਲਚ ਪੂਰਾ ਨਹੀਂ ਹੋ ਰਿਹਾ, ਫਿਰ ਮੈਨੂੰ ਗੁੱਸਾ ਚੜ੍ਹਦਾ, ਮੈਂ ਕ੍ਰੋਧ ਕਰਦਾ। ਜਦੋਂ ਮੈਨੂੰ ਲੱਗਦਾ ਵੀ ਕ੍ਰੋਧ ਮੇਰਾ, ਫਿਰ ਮੈਂ ਖੋਣ ਦੀ ਕੋਸ਼ਿਸ਼ ਕਰਦਾ। ਤੇ ਜੇ ਮੈਂ ਖੋ ਕੇ ਉਹ ਚੀਜ਼ ਪ੍ਰਾਪਤ ਕਰ ਲਵਾਂ, ਫਿਰ ਮੈਂ ਕਹਿੰਦਾ ਹੁਣ ਮੇਰੇ ਕੋਲੋਂ ਕੋਈ ਨਾ ਖੋਵੇ। ਇਹ ਸਾਰੀਆਂ ਬਿਰਤੀਆਂ ਨੇ ਸਾਡੇ ਅੰਦਰ, ਸਾਰੇ ਸੁਭਾਅ ਨੇ ਸਾਡੇ ਅੰਦਰ, ਕਿਉਂਕਿ ਸਾਡੀ ਜ਼ਿੰਦਗੀ ਵਿਖਾਵੇ ਦੀ ਹੈ। ਅਸੀਂ ਧਰਮੀ ਕੇਵਲ ਆਪਣੇ ਲਾਲਚ ਨੂੰ ਪੂਰਾ ਕਰਨ ਵਾਸਤੇ ਬਣੇ ਆ। सब कहते हों हों करती जग फिरी। लुकाई, जग का अर्थ है संसार, लुकाई सारा संसार मैं करदा फिर रहा है। ना धन संपै नाल, ते जिस धन वास्ते जिस माया वास्ते ये इन्ना झूठ फरेब संसार करदा है, इन्नी बेईमानी करदा है, वो धन इहदे नाल नहीं जांदा, वो सब इत्थे ही रह जांदा है। अंधी ना मन चेतई, सबबा दी जमकाल। अंधी नाम, अंधी का अर्थ है विकारां विच अन्नी होई। ये जीव इस्त्री परमात्मा के हुक्म नूं चेते नहीं करती। नाम ना चेते ही उहदे हुक्म नूं, उहदी रज़ा नूं, उहदे भाणे दे विच चलण दी बात अपने मन नूं नहीं समझाउंदी। सबबा दी जमकाल, ते दिन रात माया दे बंधनां दे विच फसदी जाती है। जिमें फाह कोई लै लवे ना, फांसी, फांसी का की है कि जिमें जिमें मनुख अपने आप को खिंचता है, ये होर गल विच फंदा घुटदा जांदा है। ये माया भी ऐसी है, जिमें जिमें मनुख इनू अपने गले विच पा के इनू होर कसदा जांदा है, ये गला घुटदा जांदा है। ये माया दे बंधन इहदे आले दुआले ਇਹਦੀ मौत का कारण बन जाते हैं, आत्मिक मौत का। ਇਹਦਾ ਜ਼ਮੀਰ मर जाता, ਇਹਦੀਆਂ सोचां सच दियां मर जांदियां ने। ऐसा मनुख जिउंदा जागदा विकारां दा गुलाम हो जाता है। सतगुरु मिलिए धन पाया, हर नामा हृदय समाल। सतगुर, हुण सत गुर रारे नूं सिहारी है। सतगुर मिलिए ऐड़े नूं दलाइयां ने। धन नन्ने थले औंकड़ है पाया, जे गुरु मिल पै। हुण सतगुरु मिलिए दा अर्थ इत्थे है जे सच्चा गुरु ज्ञान, गुरु ग्रंथ साहिब दी बाणी, गुरु शब्द दे उपदेश मैं अपने जीवन दे विच वसा लवां। मेरा ऐसा सच्चे गुरु नाल मेरा नाता बन जावे। धन पाया, फिर कहंदे सच्चा परमात्मा दा अटल रहण वाला नाम रूपी धन सदीवी मिल जाता है। हर नाम हृदय संभाल। फिर सच्चे गुरु शब्द के ज्ञान दे नाल, गुरु जी की
ਨਾਲ ਸਨਮੁਖ ਹੋਇਆਂ, ਗੁਰੂ ਸ਼ਬਦ ਉੱਤੇ ਤੁਰਿਆਂ, ਗੁਰੂ ਮਤ ਲਿਆਂ, ਸਦਾ ਵਾਸਤੇ ਪ੍ਰਮਾਤਮਾ ਮੇਰੇ ਹਿਰਦੇ ਦੇ ਵਿੱਚ ਵਸਦਾ ਮੈਨੂੰ ਨਜ਼ਰ ਆਉਣ ਲੱਗ ਪੈਂਦਾ ਹੈ। ਸਾਰੀ ਮਾਨਵਤਾ ਵਿੱਚ ਮੈਨੂੰ ਨਿਰੰਕਾਰ ਨਜ਼ਰ ਆਉਣ ਲੱਗ ਪੈਂਦਾ ਹੈ। ਹਰ ਵਕਤ ਫਿਰ ਐਸੀ ਜੀਵ ਇਸਤਰੀ ਐਸੇ ਸੋਹਣੇ ਪਤੀ ਨੂੰ ਆਪਣੇ ਘਰ ਦੇ ਵਿੱਚ ਸੰਭਾਲ ਕੇ ਰੱਖਦੀ ਹੈ। ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ। ਨਾਮ ਦੇ ਵਿੱਚ, ਨਾਮ ਕੀ ਹੈ? ਉਹਦਾ ਹੁਕਮ, ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਰਤੇ ਰੰਗ ਜਾਂਦੇ ਹਨ। ਨਿਰਮਲੇ ਫਿਰ ਕੀ ਹੁੰਦਾ ਹੈ? ਉਹ ਮੈਲ ਰਹਿਤ ਹੋ ਜਾਂਦੇ ਹਨ। ਜਦੋਂ ਗੁਰੂ ਸ਼ਬਦ ਦੇ ਮੁਤਾਬਕ ਤੁਰ ਕੇ ਪ੍ਰਮਾਤਮਾ ਦੇ ਹੁਕਮ ਤੇ ਰਜ਼ਾ ਤੇ ਭਾਣੇ 'ਚ ਤੁਰਨ ਲੱਗ ਪੈਂਦੇ ਹਨ, ਉਹ ਮੈਲ ਰਹਿਤ ਨਿਰਮਲ ਮਨ ਵਾਲੇ ਹੋ ਜਾਂਦੇ ਹਨ। ਗੁਰ ਕੈ ਸਹਿਜ ਸੁਭਾਏ। ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਗੁਰਬਾਣੀ ਦੀ ਰਹਿਮਤ ਨਾਲ, ਇਹ ਬਾਰ-ਬਾਰ ਸ਼ਬਦ, ਪਤਾ ਮੈਂ ਕਿਉਂ ਬਾਰ-ਬਾਰ ਜਿੰਨੀ ਵਾਰੀ ਗੁਰੂ ਜੀ ਦੀ ਗੱਲ ਕਰਦਾ ਕਿਉਂ ਇਹ ਇੰਨੇ ਸ਼ਬਦ ਨਾਲ ਜੋੜਦਾ, ਤਾਂ ਕਿ ਕਿਤੇ ਵੀ ਮਨ 'ਚ ਗੁੰਜਾਇਸ਼ ਨਾ ਰਹਿ ਜਾਵੇ ਕਿ ਸਾਡਾ ਕੋਈ ਗੁਰੂ ਕੋਈ ਦੇਹ ਹੈ, ਸਾਡਾ ਗੁਰੂ ਸ਼ਬਦ ਹੈ। ਇਸੇ ਕਰਕੇ ਮੈਂ ਬਾਰ-ਬਾਰ ਖੋਲ੍ਹਦਾ, 3-4 ਸ਼ਬਦ ਨਾਲ ਉਹਦੇ ਜੋੜਦਾ ਕਿ ਗੁਰੂ ਸ਼ਬਦ, ਗੁਰੂ ਗਿਆਨ, ਗੁਰੂ ਮਤ, ਤਾਂ ਕਿ ਸਾਡੀ ਜ਼ਿੰਦਗੀ 'ਚ ਅਰਥ ਘਰ ਕਰ ਜਾਣ ਪੂਰੇ ਤਰੀਕੇ ਦੇ ਨਾਲ। ਗੁਰ ਕੈ ਸਹਿਜ ਸੁਭਾਏ, ਕਹਿੰਦੇ ਆਤਮਿਕ ਅਡੋਲਤਾ ਦੇ ਵਿੱਚ ਫਿਰ ਸੁੱਤੇ ਚਿੱਤ ਇਹ ਮਨ ਟਿਕ ਜਾਂਦਾ ਹੈ, ਸੁਭਾਵਕ ਟਿਕ ਜਾਂਦਾ ਹੈ। ਫਿਰ ਇਹ ਮਨ ਸਦਾ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਖੁੱਭਿਆ ਰਹਿੰਦਾ ਹੈ। ਆਖਰੀਆਂ ਪੰਕਤੀਆਂ ਪਾਵਨ ਸ਼ਬਦ ਦੀਆਂ। ਮਨ ਤਨ ਰਤਾ ਰੰਗ ਸਿਉ, ਰਸਨਾ ਰਸਨ ਰਸਾਏ। ਕਹਿੰਦੇ ਫਿਰ ਅਗਲੀ ਗੱਲ ਕੀ ਬਣਦੀ ਹੈ? ਮਨ ਤੇ ਤਨ ਜਿਹੜਾ ਪਹਿਲਾਂ ਮਨ ਦੇ ਪਿੱਛੇ ਲੱਗ ਕੇ ਤਨ ਵਿਕਾਰਾਂ ਦੀ ਦੌੜ ਵਿੱਚ ਦੌੜ ਰਿਹਾ ਸੀ, ਮਾਇਕ ਬੰਧਨਾਂ ਵਿੱਚ ਫਸਿਆ ਪਿਆ ਸੀ, ਹੁਣ ਇਹ ਮਨ ਜਦੋਂ ਦਾ ਗੁਰੂ ਦੀ ਮੱਤ ਤੇ ਤੁਰਿਆ ਹੈ, ਮਨ ਦੀ ਮੱਤ ਗੁਰੂ ਸ਼ਬਦ ਦੇ ਨਾਲ ਜੁੜੀ ਹੈ, ਹੁਣ ਮਨ ਮਤ ਨਹੀਂ, ਹੁਣ ਗੁਰੂ ਦੀ ਮੱਤ ਪਿੱਛੇ ਇਹ ਮਨ ਤੁਰਿਆ ਹੈ। ਤਨ ਰੱਤਾ, ਤੇ ਤਨ ਵੀ ਇਹਦਾ, ਰੱਤਾ ਦਾ ਅਰਥ ਹੈ ਰੰਗਿਆ ਗਿਆ ਹੈ। ਰੰਗ ਸਿਉ, ਪਰਮਾਤਮਾ ਦੇ ਸੱਚੇ ਹੁਕਮ, ਉਹਦੇ ਗਿਆਨ ਦੇ ਰੰਗ ਦੇ ਵਿੱਚ। ਰਸਨਾ ਰਸਨ ਰਸਾਏ, ਤੇ ਹਰ ਵਕਤ ਹੁਣ ਜੀਭਾ, ਪਹਿਲਾਂ ਜਿਹੜੀ ਈਰਖਾ ਦੀ ਬੋਲੀ ਬੋਲਦੀ ਸੀ, ਮਾੜੇ ਬੋਲ ਬੋਲਦੀ ਸੀ, ਹੁਣ ਇਹ ਜੀਭਾ ਹਰ ਵਕਤ ਪ੍ਰੇਮ ਦੇ ਬੋਲ ਬੋਲਦੀ ਹੈ, ਮਿੱਠੇ ਬੋਲ ਬੋਲਦੀ ਹੈ, ਅੰਮ੍ਰਿਤ ਦੇ ਬਚਨ ਬੋਲਦੀ ਹੈ। ਹੁਣ ਇਹ ਜੀਭਾ ਦੇ ਉੱਤੇ ਸਦਾ ਵਾਸਤੇ ਪ੍ਰਮਾਤਮਾ ਦੇ ਪ੍ਰੇਮ ਦੇ ਰੰਗ ਦਾ ਰਸ ਚੜਿਆ ਨਜ਼ਰ ਆਉਂਦਾ ਹੈ। ਨਾਨਕ ਰੰਗ ਨਾ ਉਤਰੈ, ਜੋ ਹਰ ਧੁਰ ਛੋੜਿਆ ਲਾਏ। ਕਹਿੰਦੇ ਨਾਨਕ ਜੀ ਆਖਦੇ ਹਨ, ਆਖਰੀ ਪੰਕਤੀਆਂ, ਜਿਹੜੇ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੋ ਆਪਣਾ ਧੁਰ, ਜਿਸ ਮਨੁੱਖ ਦਾ ਅਕਾਲ ਪੁਰਖ ਹੈ, ਧੁਰ ਛੋੜਿਆ ਲਾਏ, ਹਰ ਧੁਰ ਛੋੜਿਆ ਲਾਏ। ਕਹਿੰਦੇ ਫਿਰ ਇਹ ਜਿਨ੍ਹਾਂ ਨੇ ਆਪਣਾ ਜੀਵਨ, ਸਾਡਾ ਧੁਰ, ਸਾਡਾ ਨਿਰੰਕਾਰ ਪ੍ਰਮਾਤਮਾ, ਮੈਂ ਆਪਣੇ ਪਤੀ ਪ੍ਰਮਾਤਮਾ ਰੂਪੀ ਧੁਰ ਨਾਲ ਜਦੋਂ ਆਪਣੇ ਮਨ ਨੂੰ ਜੋੜ ਲਿਆ, ਮੇਰੇ ਗੁਰੂ ਨੇ ਕਿਰਪਾ ਕਰਕੇ ਮੇਰਾ ਮਨ ਟਿਕਾ ਦਿੱਤਾ, ਫਿਰ ਕਦੀ ਨਾ ਉਤਰਨ ਵਾਲਾ ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਫਿਰ ਕੋਈ ਭਾਵੇਂ ਬੰਦ ਕੱਟ ਦੇਵੇ, ਭਾਵੇਂ ਚਰਖੜੀਆਂ 'ਤੇ ਚਾੜ ਦੇਵੇ, ਦੇਗਾਂ 'ਚ ਉਬਾਲ ਦੇਵੇ, ਇਹ ਨਾਮ ਦਾ ਰੰਗ, ਗੁਰੂ ਦੇ ਸਿਧਾਂਤ ਦਾ ਰੰਗ, ਗੁਰੂ ਸ਼ਬਦ ਦਾ ਰੰਗ ਫੇਰ ਨਹੀਂ ਉਤਰਦਾ। ਇਹ ਅੱਜ ਦਾ ਪਾਵਨ ਸ਼ਬਦ ਸ਼੍ਰੀ ਰਾਗ ਦਾ ਜਿਹੜਾ ਆਪ ਜੀ ਦੇ ਸਨਮੁਖ ਰੱਖਿਆ। ਸੋ ਸਤਿਗੁਰੂ ਕਿਰਪਾ ਕਰਨ ਸਾਡੇ ਜੀਵਨ ਵਿੱਚ ਗੁਰੂ ਸ਼ਬਦ, ਗੁਰੂ ਦੀ ਮੱਤ ਘਰ